ਹੁਣ ਬੇਟਾ ਹੋ ਰਹੇ ਕੁਝ ਦੀ ਤਿਆਰੀ ਵਾਸਤੇ 6ਵੀਂ ਕਲਾਸ ਦੇ ਮੇਰੀ ਇਸ ਤੋਂ ਪਹਿਲੀ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ 35 ਸਵਾਲ ਕਰਵਾਏ ਗਏ ਸਨ, ਜਿਹਦੇ ਵਿੱਚ 35 ਕੁਇਜ਼ ਤੇ ਕੁਐਸਚਨਸ ਤੁਹਾਨੂੰ ਸਮਝਾਏ ਗਏ ਸੀਗੇ। ਹੁਣ ਤੁਹਾਨੂੰ 35 ਤੋਂ ਅੱਗੇ 36ਵੇਂ ਕੁਐਸਚਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਧਿਆਨ ਨਾਲ ਦੇਖਿਓ। ਦੋ ਅਨੁਪਾਤਾਂ ਦੀ ਤੁਲਨਾ ਨੂੰ ਕੀ ਕਹਿੰਦੇ ਨੇ ਬੇਟਾ? ਜਦੋਂ ਦੋ ਅਨੁਪਾਤ what is known as the comparison of two ratios, ਮੈਂ ਇੰਗਲਿਸ਼ ਵਿੱਚ ਕਨਵਰਟ ਕਰ ਰਿਹਾ ਬੇਟਾ, ਕਿ ਜਦੋਂ ਅਸੀਂ ਰੇਸ਼ੋ ਨੂੰ ਕੰਪੇਅਰ ਕਰਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ ਆ, ਜਾਂ ਅਨੁਪਾਤਾਂ ਦੀ ਤੁਲਨਾ ਕਰਦੇ ਹਾਂ ਤਾਂ ਉਸ ਨੂੰ ਕੀ ਕਹਿੰਦੇ ਨੇ? ਸਮਾਨੁਪਾਤ। ਜਦੋਂ ਦੋ ਅਨੁਪਾਤ ਬਰਾਬਰ ਹੋ ਜਾਂਦੇ ਨੇ ਨਾ, ਜਿੱਦਾਂ A ਅਨੁਪਾਤ B ਬਰਾਬਰ C ਅਨੁਪਾਤ D, ਇਸ ਨੂੰ ਅਸੀਂ ਕੀ ਬੋਲਦੇ ਹਾਂ? ਸਮਾਨੁਪਾਤ ਜਾਂ ਪ੍ਰਪੋਰਸ਼ਨ ਇੰਗਲਿਸ਼ ਦੇ ਵਿੱਚ। ਹੁਣ ਸਮਾਨੁਪਾਤ ਵਿੱਚ ਕਿੰਨੇ ਪਦ ਹੁੰਦੇ ਨੇ? ਹਾਊ ਮੈਨੀ ਟਰਮਸ ਇਨ ਪ੍ਰਪੋਰਸ਼ਨਸ? ਸਮਾਨੁਪਾਤ ਤੁਹਾਡੇ ਸਾਹਮਣੇ ਹੈ ਬੇਟਾ, 1 2 3 4 ਤੇ 4 ਟਰਮਸ ਹੁੰਦੀਆਂ ਨੇ, ਠੀਕ ਹੈ ਨਾ। 38ਵਾਂ ਸਵਾਲ ਹੈ, ਜ਼ਿਆਦਾ ਰਾਸ਼ੀਆਂ ਤੋਂ ਇੱਕ ਰਾਸ਼ੀ ਦਾ ਮੁੱਲ ਪਤਾ ਕਰਨ ਦੀ ਵਿਧੀ। ਬੇਟਾ ਜਦੋਂ ਤੁਹਾਨੂੰ ਕਿਹਾ ਜਾਵੇ ਕਿ 15 ਪੈਨ 15 ਰੁਪਏ ਦੇ, ਤਾਂ ਇੱਕ ਪੈਨ ਕਿੰਨੇ ਦਾ ਹੋਏਗਾ? ਜ਼ਿਆਦਾ ਤੋਂ ਘੱਟ ਵਿੱਚ ਆਉਣਾ ਹੈ ਤਾਂ ਉਸ ਨੂੰ ਕਹਿੰਦੇ ਇਕਾਈ ਵਿਧੀ, ਯੂਨਿਟ ਮੈਥਡ ਕਹਿੰਦੇ ਨੇ। ਕਿਵੇਂ ਕਹਿੰਦੇ ਨੇ? ਇਕਾਈ ਵਿਧੀ। 39ਵਾਂ ਸਵਾਲ ਹੈ, ਪ੍ਰਤੀਸ਼ਤ ਦਾ ਅਰਥ ਕੀ ਹੁੰਦਾ? ਵਟ ਇਜ਼ ਪਰਸੈਂਟੇਜ? ਪਰਸੈਂਟੇਜ ਕੀ ਹੁੰਦੀ ਹੈ ਬੇਟਾ? ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਤੀਸ਼ਤ ਦਾ ਕੀ ਲੱਗਦਾ ਹੈ? 1/100 ਲੱਗਦਾ ਹੈ। 100 ਲੱਗਦਾ ਨਾ, ਇਹਦਾ ਮਤਲਬ ਪ੍ਰਤੀ ਸੈਂਕੜਾ, ਪਰ 100th TH ਲੱਗਣਾ ਬੇਟਾ, ਪਰ 100th, ਠੀਕ ਹੈ। ਖਰੀਦ ਮੁੱਲ ਕਿੱਦਾਂ ਪਤਾ ਕਰਦੇ ਹਾਂ? ਵੇਚ ਮੁੱਲ ਦੇ ਵਿੱਚੋਂ ਲਾਭ ਨੂੰ ਘਟਾ ਦਿਓ, ਜਾਂ ਵੇਚ ਮੁੱਲ ਦੇ ਵਿੱਚ ਹਾਨੀ ਨੂੰ ਪਲੱਸ ਕਰ ਦਿਓ। ਲਾਭ ਘਟੇਗਾ ਵੇਚ ਮੁੱਲ ਚੋਂ ਹਮੇਸ਼ਾ, ਤੇ ਹਾਨੀ ਜੁੜੇਗੀ। SP ਦੇ ਵਿੱਚ ਪ੍ਰੋਫਿਟ ਘਟੇਗਾ, ਲਾਸ ਜੁੜੇਗਾ। ਲੇਕਿਨ ਜੇ ਵੇਚ ਮੁੱਲ ਪਤਾ ਕਰਨਾ ਆ ਤੇ CP ਖਰੀਦ ਮੁੱਲ ਵਿੱਚ ਉਲਟਾ ਹੋ ਜਾਏਗਾ, ਲਾਭ ਜੁੜੇਗਾ ਤੇ ਹਾਨੀ ਘਟੇਗੀ। ਲੱਗੀ ਗੱਲ ਸਮਝ? ਜੇ ਤੁਹਾਨੂੰ ਇਸ ਦੇਖੋ ਵਰਬਲੀ ਕੁਐਸਚਨ ਪੁੱਛਿਆ ਜਾਣਾ ਹੈ, ਤੁਸੀਂ ਉਸਦਾ ਜਵਾਬ ਦੇਣਾ ਹੈ, ਇਸ ਕਰਕੇ ਤੁਹਾਨੂੰ ਸਾਰੀ ਚੀਜ਼ਾਂ ਕਲੀਅਰ ਹੋਣੀ ਚਾਹੀਦੀਆਂ ਨੇ। ਕਿ ਖਰੀਦ ਮੁੱਲ ਸਾਨੂੰ ਕਦੋਂ ਪਤਾ ਲੱਗੇਗਾ? ਜਦੋਂ ਅਸੀਂ ਆਪਣੇ ਵੇਚ ਮੁੱਲ ਦੇ ਵਿੱਚੋਂ ਲਾਭ ਨੂੰ ਘਟਾਵਾਂਗੇ। ਜਿੱਦਾਂ ਕੋਈ ਚੀਜ਼ 10 ਰੁਪਏ ਦੀ ਆਈ, 15 ਦੀ ਵੇਚਤੀ। ਹੁਣ ਤੁਹਾਨੂੰ ਮੈਂ ਕਹਾਂ 15 ਦੀ ਵੇਚੀ ਆ, 5 ਰੁਪਏ ਪ੍ਰੋਫਿਟ ਹੋਏ ਨੇ, 5 ਰੁਪਏ ਦਾ ਲਾਭ ਹੋਇਆ, ਤਾਂ ਹੁਣ ਪ੍ਰੋਫਿਟ ਨੂੰ ਘਟਾਓਗੇ ਨਾ ਆਪਣੇ ਵੇਚ ਮੁੱਲ ਚੋਂ, ਤਾਂ ਹੀ ਤੁਹਾਨੂੰ ਖਰੀਦ ਮੁੱਲ ਪਤਾ ਲੱਗੇਗਾ, ਤੇ ਹਾਨੀ ਨੂੰ ਜੋੜੋਗੇ। ਲੇਕਿਨ ਵੇਚ ਮੁੱਲ ਪਤਾ ਕਰਨਾ ਹੋਵੇ ਤਾਂ ਖਰੀਦ ਮੁੱਲ ਦੇ ਵਿੱਚ ਪ੍ਰੋਫਿਟ ਨੂੰ ਜੋੜਦੇ ਹਾਂ ਤੇ ਹਾਨੀ ਨੂੰ ਘਟਾਉਂਦੇ ਹਾਂ। ਸਧਾਰਨ ਵਿਆਜ। ਸਧਾਰਨ ਵਿਆਜ ਦਾ ਮਤਲਬ ਹੁੰਦਾ ਬੇਟਾ ਸਿੰਪਲ ਇੰਟਰਸਟ। ਹੁਣ ਸਿੰਪਲ ਇੰਟਰਸਟ ਕੱਢਣ ਲਈ ਫਾਰਮੂਲਾ ਹੁੰਦਾ ਹੈ ਮੂਲਧਨ ਗੁਣਾ ਦਰ ਗੁਣਾ ਸਮਾਂ ਬਟਾ 100, ਜਾਂ P ਗੁਣਾ R ਗੁਣਾ T ਬਟਾ 100। 43ਵਾਂ ਸਵਾਲ ਹੈ, ਉਹ ਰਾਸ਼ੀ ਜਿਸ ਦਾ ਸੰਖਿਆਤਮਕ ਮੂਲ ਬਦਲ ਜਾਵੇ। ਦੇਖੋ ਜਿੱਦਾਂ ਮੈਂ ਤੁਹਾਨੂੰ ਕਹਾਂ 2x ਹੈ, ਹੁਣ ਇਹਦੇ ਵਿੱਚ ਜਿਹੜਾ x ਹੈ ਇਸ ਨੂੰ ਕਹਿੰਦੇ ਹਾਂ ਚੱਲ, ਤੇ ਜਿਹੜਾ 2 ਹੈ ਇਸ ਨੂੰ ਕਹਿੰਦੇ ਆ ਅਚਲ। ਪਤਾ ਨਾ ਸਾਰਿਆਂ ਨੂੰ? ਇਸ ਨੂੰ ਕਹਿੰਦੇ ਵੇਰੀਏਬਲ, ਇਸ ਨੂੰ ਕਹਿੰਦੇ ਕੌਨਸਟੈਂਟ। ਵੇਰੀਏਬਲ ਬਦਲ ਸਕਦਾ ਹੈ। x ਦੀ ਥਾਂ ਆਪਾਂ ਕਦੇ 2 ਭਰਦੇ ਹਾਂ, ਕਦੇ 4 ਭਰਦੇ ਹਾਂ, ਕਦੇ 10 ਭਰਦੇ ਹਾਂ, ਕਦੇ 5 ਭਰਦੇ ਹਾਂ, ਕੁਝ ਵੀ ਭਰ ਸਕਦੇ ਹਾਂ, ਬਦਲ ਸਕਦਾ ਹੈ ਨਾ ਇਹ। ਪਰ 2 ਨਹੀਂ ਕਦੇ ਬਦਲਦਾ, 2 ਹੀ ਰਹਿੰਦਾ ਹੈ। ਇਸ ਕਰਕੇ ਜਿਸ ਦਾ ਸੰਖਿਆਤਮਕ ਮੂਲ, ਜਿਸ ਦਾ ਨਿਊਮੈਰੀਕਲ ਵੈਲਿਊ ਬਦਲ ਸਕਦੀ ਹੈ, ਉਸ ਨੂੰ ਕਹਿੰਦੇ ਨੇ ਵੇਰੀਏਬਲ, ਚੱਲ, ਤੇ ਜਿਸ ਦਾ ਨਹੀਂ ਬਦਲ ਸਕਦਾ ਉਸ ਨੂੰ ਕਹਿੰਦੇ ਹਨ ਅਚਲ, ਕੌਨਸਟੈਂਟ। x - 7 ਬਰਾਬਰ 3 ਵਿੱਚ x ਦਾ ਮੁੱਲ। ਹੁਣ ਸਾਰਿਆਂ ਨੂੰ ਪਤਾ ਹੈ ਕਿ ਬੇਟਾ x ਨੇ 7 ਨੂੰ ਉੱਧਰ ਭੇਜਣਾ ਹੈ ਦੂਜੇ ਘਰ, ਤੇ 3 ਨੇ ਉਸ ਨੂੰ ਰਿਸੀਵ ਕਰਨਾ ਹੈ, ਦਰਵਾਜ਼ਾ ਖੋਲ੍ਹਣਾ ਹੈ। 7 ਜਦੋਂ ਆਪਣਾ ਘਰ ਚੇਂਜ ਕਰਦਾ ਹੈ ਤਾਂ ਰਕਮ ਦਾ ਸਾਈਨ ਚੇਂਜ ਕਰ ਦਿੰਦਾ, -7 ਪਲੱਸ ਬਣ ਜਾਏਗਾ। ਜੋ ਚੀਜ਼ ਖੱਬੇ ਹੱਥ ਘਟ ਰਹੀ ਹੈ ਸੱਜੇ ਹੱਥ ਜੁੜਦੀ ਹੈ, ਤੇ ਜੁੜ ਕੇ ਬਣ ਗਏ 10, ਤੇ ਇਸ ਦਾ ਆਨਸਰ ਕਿੰਨਾ ਆ ਗਿਆ? ਬਸ। ਘੜੀ ਦੀ ਮਿੰਟਾਂ ਵਾਲੀ ਸੂਈ 1 ਘੰਟੇ ਵਿੱਚ ਕਿੰਨੇ ਸਮਕੋਣ ਘੁੰਮੇਗੀ? ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਇਹ ਸਾਡੇ ਕੋਲ ਇੱਕ ਘੜੀ ਹੈ, ਧਿਆਨ ਨਾਲ ਦਿਖਣਾ ਹੈ, ਇੱਧਰ 12 ਹੈ, ਇੱਧਰ 6 ਹੈ, ਇੱਧਰ 3 ਹੈ, ਇੱਧਰ 9 ਹੈ। ਹੁਣ ਜਦੋਂ 3 ਵੱਜਦੇ ਨੇ, 3 ਤੋਂ ਬਾਅਦ 4 ਵੱਜਣੇ, ਤੇ ਜਿਹੜੀ ਮਿੰਟਾਂ ਵਾਲੀ ਸੂਈ ਹੈ ਵਾਪਸ 12 ਤੋਂ 12 ਤੱਕ ਪੂਰਾ ਘੁੰਮਦੀ ਹੈ ਨਾ, ਮਤਲਬ ਪੂਰਾ ਚੱਕਰ। ਇੱਕ ਚੱਕਰ ਦੇ ਵਿੱਚ 4 ਸਮਕੋਣ ਹੁੰਦੇ ਨੇ। ਇਹਦਾ ਮਤਲਬ ਕਿੰਨੇ ਸਮਕੋਣ ਘੁੰਮੇਗੀ? 4 ਸਮਕੋਣ ਘੁੰਮੇਗੀ। 1 ਤੋਂ ਲੈ ਕੇ 100 ਤੱਕ ਦੇ ਅਭਾਜ ਸੰਖਿਆਵਾਂ। ਬੇਟਾ ਹੁਣ ਉੱਥੇ ਲਿਖਣਾ ਥੋੜ੍ਹਾ ਸ਼ੁਰੂ ਕਰ ਦੇਣਾ, ਯਾਦ ਰੱਖਣਾ। ਤੁਸੀਂ ਇਹ ਚੀਜ਼ ਯਾਦ ਕਰਨੀ ਹੈ ਕਿ 1 ਤੋਂ ਲੈ ਕੇ 100 ਦੇ ਵਿਚਕਾਰ 25 ਅਭਾਜ ਸੰਖਿਆਵਾਂ ਹੁੰਦੀਆਂ ਨੇ। 48ਵਾਂ ਸਵਾਲ ਹੈ, ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ। ਤੁਹਾਨੂੰ ਸਾਨੂੰ ਪਤਾ ਹੈ ਕਿ ਸ਼ੁਰੂ ਦਾ ਨਹੀਂ ਪਤਾ, -3 -2 -1 0 1 2 ਖਤਮ ਦਾ ਨਹੀਂ ਪਤਾ। ਹੁਣ ਸਭ ਤੋਂ ਵੱਡੀ ਰਿਣਾਤਮਕ, ਦੇਖੋ ਰਿਣਾਤਮਕ ਸ਼ੁਰੂ ਹੀ -1 ਤੇ ਹੁੰਦੀ ਹੈ, ਤੁਹਾਨੂੰ ਸਾਨੂੰ ਪਤਾ ਸਭ ਤੋਂ ਵੱਡੀ ਰਿਣਾਤਮਕ ਸੰਖਿਆ ਕਿਹੜੀ ਹੁੰਦੀ ਹੈ? -1 ਹੁੰਦੀ ਹੈ। ਤਲ ਵਿੱਚ ਇੱਕ ਬਿੰਦੂ ਵਿੱਚੋਂ ਕਿੰਨੀਆਂ ਰੇਖਾਵਾਂ ਖਿੱਚੀਆਂ ਜਾ ਸਕਦੀਆਂ? ਦੇਖੋ ਇੱਕ ਬਿੰਦੂ ਮੈਂ ਖਿੱਚ ਲਿਆ, ਦੇਖੋ ਇੱਕ ਬਿੰਦੂ ਹੈ। ਹੁਣ ਇਸ ਬਿੰਦੂ ਤੋਂ ਮੈਂ ਕਿੰਨੀਆਂ ਰੇਖਾਵਾਂ ਖਿੱਚ ਸਕਦਾ? ਇੱਕ ਆ ਰਹੀ, ਕਿੰਨੀਆਂ? ਦੇਖੋ ਤੁਹਾਡੇ ਸਾਹਮਣੇ ਮੈਂ ਖਿੱਚੀ ਜਾ ਰਿਹਾ, ਅਣਗਿਣਤ
ਇਨਫਾਨਾਈਟ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਨੇ। ਤਲ ਵਿੱਚ ਇੱਕ ਬਿੰਦੂ ਵਿੱਚੋਂ 3 ਤੋਂ ਵੱਧ ਰੇਖਾਵਾਂ ਲੰਘਣ ਤਾਂ ਉਸ ਬਿੰਦੂ ਨੂੰ ਕੀ ਕਹਿੰਦੇ ਆ ਬੇਟਾ? ਜਿੱਦਾਂ ਦੇਖੋ ਤੁਹਾਡੇ ਸਾਹਮਣੇ ਬਣਾਇਆ ਨਾ, ਜੇ ਇੱਕ ਬਿੰਦੂ ਦੇ ਵਿੱਚੋਂ 2 ਰੇਖਾਵਾਂ ਲੰਘਦੀਆਂ ਤਾਂ ਇਸ ਨੂੰ ਕਹਿੰਦੇ ਆਪਾਂ ਕਾਟਵਾਂ ਬਿੰਦੂ, ਹੈ ਨਾ, 2 ਰੇਖਾਵਾਂ ਦਾ ਕਾਟਵਾਂ ਬਿੰਦੂ। ਲੇਕਿਨ ਜੇ 2 ਤੋਂ ਜ਼ਿਆਦਾ ਰੇਖਾਵਾਂ ਕੱਟ ਦਿੰਦੀਆਂ ਨੇ ਤੇ ਇਹ ਰੇਖਾਵਾਂ ਬਣ ਜਾਂਦੀਆਂ ਸੰਗਾਮੀ ਰੇਖਾਵਾਂ ਤੇ ਬਿੰਦੂ ਬਣ ਜਾਂਦਾ ਸੰਗਾਮੀ ਬਿੰਦੂ। ਯਾਦ ਰੱਖਣਾ ਬੇਟਾ, ਹੁਣ ਇਹ 2 ਤੋਂ ਜ਼ਿਆਦਾ ਰੇਖਾਵਾਂ ਨੇ, ਇਸ ਕਰਕੇ ਕੀ ਹੋਏਗਾ? ਸੰਗਾਮੀ ਬਿੰਦੂ, ਜਿਸ ਨੂੰ ਇੰਗਲਿਸ਼ ਵਿੱਚ ਕੰਕਰੈਂਟ ਪੁਆਇੰਟ ਬੋਲਦੇ ਹਨ। CONCURRENT ਕੰਕਰੈਂਟ ਪੁਆਇੰਟ। ਜੇ ਰੇਖਾਵਾਂ ਕਹਿੰਦਾ ਤਾਂ ਕੰਕਰੈਂਟ ਲਾਈਨਸ ਕਹਿੰਦੇ ਆਪਾਂ। ਉਸਨੇ ਸਾਨੂੰ ਬਿੰਦੂ ਪੁੱਛਿਆ, ਜਿਸ ਬਿੰਦੂ ਤੇ 3 ਰੇਖਾਵਾਂ ਮਿਲਣ ਉਸ ਨੂੰ ਕੀ ਕਹਿੰਦੇ ਨੇ? ਸੰਗਾਮੀ ਬਿੰਦੂ ਜਾਂ ਕੰਕਰੈਂਟ ਪੁਆਇੰਟ ਕਹਿੰਦੇ ਨੇ। ਹੁਣ ਆਪਣਾ 51ਵਾਂ ਸਵਾਲ ਦੇਖੋ ਬੇਟਾ, ਤਲ ਵਿੱਚੋਂ ਜੋ ਰੇਖਾਵਾਂ ਆਪਸ ਵਿੱਚ ਨਹੀਂ ਕੱਟਦੀਆਂ, ਜੋ ਰੇਖਾਵਾਂ ਕਦੇ ਆਪਸ ਵਿੱਚ ਨਹੀਂ ਕੱਟਦੀਆਂ ਉਹ ਸਮਾਂਤਰ ਹੁੰਦੀਆਂ ਨੇ, ਪੈਰਲਲ ਲਾਈਨਸ। ਠੀਕ ਹੈ ਨਾ, ਸਾਡਾ ਆਨਸਰ ਹੋ ਗਿਆ ਹੈ ਸਮਾਂਤਰ ਰੇਖਾਵਾਂ। ਤਲ ਵਿੱਚ ਜੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਹਨ, ਜੋ ਆਪਸ ਵਿੱਚ ਕੱਟ ਜਾਂਦੀਆਂ ਨੇ ਰੇਖਾਵਾਂ, 2 ਰੇਖਾਵਾਂ ਆਪਸ ਵਿੱਚ ਕੱਟਣ ਨੂੰ ਅਸੀਂ ਕੀ ਕਹਿੰਦੇ ਨੇ? ਕਾਟਵੀਆਂ ਰੇਖਾਵਾਂ, ਇੰਟਰਸੈਕਟਿੰਗ ਲਾਈਨਸ। 2 ਤੋਂ ਜ਼ਿਆਦਾ ਕੰਕਰੈਂਟ ਲਾਈਨਸ, 2 ਇੰਟਰਸੈਕਟਿੰਗ ਲਾਈਨਸ। ਰੇਖਾ ਦੀ ਲੰਬਾਈ ਹੁੰਦੀ ਨਹੀਂ ਬੇਟਾ, ਨਾਟ ਡਿਫਾਈਨਡ। ਯਾਦ ਰੱਖਣਾ, ਰੇਖਾ ਜਿਹੜੀ ਹੁੰਦੀ ਹੈ ਦੋਨੋਂ ਪਾਸੋਂ ਤੋਂ ਵੱਧ ਸਕਦੀ ਹੈ, ਇੱਧਰੋਂ ਵੀ ਵੱਧ ਸਕਦੀ ਹੈ, ਇੱਧਰੋਂ ਵੀ ਵੱਧ ਸਕਦੀ ਹੈ, ਇਸ ਲਈ ਇਸकी ਕੋਈ ਲੰਬਾਈ ਨਹੀਂ ਹੁੰਦੀ। ਤਲ ਵਿੱਚ 2 ਬਿੰਦੂਆਂ ਵਿੱਚੋਂ ਸਾਂਝੀਆਂ ਕਿੰਨੀਆਂ ਰੇਖਾਵਾਂ ਖਿੱਚੀਆਂ ਜਾ ਸਕਦੀਆਂ ਹਨ? ਬੇਟਾ 2 ਬਿੰਦੂ, ਇੱਕ ਆ ਰਹੀ ਤੇ ਇੱਕ ਆ ਰਹੀ। ਹੁਣ ਇਸ ਬਿੰਦੂ ਨੂੰ ਮਿਲਾ ਕੇ ਕਿੰਨੀਆਂ ਰੇਖਾਵਾਂ ਖਿੱਚ ਸਕਦੇ ਹਾਂ ਆਪਾਂ? ਇੱਕੋ ਹੀ ਨਾ ਸਿਰਫ, ਤੇ ਇੱਕ ਰੇਖਾ ਖਿੱਚੀ ਜਾ ਸਕਦੀ ਹੈ। ਤਲ ਵਿੱਚ ਉਹ ਬਿੰਦੂ ਜਿਸ ਤੇ ਰੇਖਾਵਾਂ ਕੱਟਦੀਆਂ ਹਨ। ਹੁਣ ਤਲ ਵਿੱਚ ਉਹ ਬਿੰਦੂ ਜਿਸ ਤੇ ਰੇਖਾਵਾਂ ਕੱਟਦੀਆਂ ਹਨ, ਜਿਵੇਂ ਆਹ ਦੇਖੋ, ਹੁਣ ਰੇਖਾਵਾਂ ਹੁੰਦੀਆਂ ਤੇ ਆਪਾਂ ਇੰਟਰਸੈਕਟਿੰਗ ਲਾਈਨਸ ਬੋਲਦੇ ਹਾਂ, ਤੇ ਜੇ ਪੁਆਇੰਟ ਪੁੱਛੀਏ ਤਾਂ ਇੰਟਰਸੈਕਟਿੰਗ ਪੁਆਇੰਟ ਬੋਲ ਦਿੰਦੇ ਹਾਂ, ਜਾਂ ਕਾਟ ਬਿੰਦੂ, ਕਾਟਵਾਂ ਬਿੰਦੂ, ਕੁਝ ਵੀ ਕਹਿ ਸਕਦੇ ਹੋ। ਤਲ ਵਿੱਚ ਇੱਕ ਬਿੰਦੂ ਵਿੱਚੋਂ 3 ਤੋਂ ਵੱਧ ਰੇਖਾਵਾਂ ਲੰਘਣ ਦੀਆਂ ਤਾਂ ਉਹ ਰੇਖਾਵਾਂ ਨੂੰ ਕੀ ਕਹਿੰਦੇ? ਮੈਂ ਹੁਣੇ ਦੱਸਿਆ ਸੀ ਬੇਟਾ, ਜਦੋਂ 2 ਤੋਂ ਜ਼ਿਆਦਾ ਰੇਖਾਵਾਂ ਇੱਕੋ ਬਿੰਦੂ ਤੇ ਲੱਗਦੀਆਂ ਨੇ ਤਾਂ ਉਹਨਾਂ ਦਾ ਵਰਡ ਸੰਗਾਮੀ ਯੂਜ਼ ਹੁੰਦਾ ਹੈ। ਜੇ ਰੇਖਾਵਾਂ ਪੁੱਛੇਗਾ ਤਾਂ ਸੰਗਾਮੀ ਰੇਖਾਵਾਂ, ਤੇ ਜੇ ਬਿੰਦੂ ਤੇ ਸੰਗਾਮੀ ਬਿੰਦੂ। ਕੰਕਰੈਂਟ ਪੁਆਇੰਟ, ਕੰਕਰੈਂਟ ਲਾਈਨਸ। ਰੇਖਾ ਦੇ ਜਿਸ ਭਾਗ ਦੀ ਲੰਬਾਈ ਮਾਪੀ ਜਾ ਸਕਦੀ ਹੈ, ਰੇਖਾ ਖੰਡ, ਕਿਉਂਕਿ ਇੱਕ ਰੇਖਾ ਖੰਡ ਦੋਨੋਂ ਪਾਸਿਓਂ ਬੰਦ ਹੁੰਦਾ ਹੈ, ਲਾਈਨ ਸੈਗਮੈਂਟ। 58ਵਾਂ ਸਵਾਲ ਹੈ ਬੇਟਾ, ਰੇਖਾ ਖੰਡ ਦੇ ਕਿੰਨੇ ਅੰਤ ਬਿੰਦੂ ਹੁੰਦੇ ਹਨ? ਤੁਹਾਨੂੰ ਹੁਣੇ ਦੱਸਿਆ ਰੇਖਾ ਖੰਡ ਦੇ 2 ਅੰਤ ਬਿੰਦੂ ਹੁੰਦੇ ਨੇ। ਕਿਰਨ ਵਿੱਚ ਕਿੰਨੇ ਆਰੰਭਿਕ ਬਿੰਦੂ ਹੁੰਦੇ ਹਨ? ਕਿਰਨ ਬੇਟਾ ਇੱਕ ਪਾਸਾ ਬੰਦ ਹੁੰਦਾ ਹੈ, ਇੱਕ ਪਾਸਾ ਖੁੱਲਾ ਹੁੰਦਾ ਹੈ, ਇਸ ਕਰਕੇ ਉਹਦਾ ਇੱਕੋ ਹੀ ਬੰਦ ਬਿੰਦੂ ਹੁੰਦਾ ਹੈ। ਕਿਰਨ ਦੀ ਲੰਬਾਈ ਨਹੀਂ ਪਤਾ, ਕਿਉਂਕਿ ਇੱਕ ਪਾਸੇ ਤੋਂ ਬੰਦ ਹੈ ਲੇਕਿਨ ਦੂਜੇ ਪਾਸੇ ਤੋਂ ਜਿੰਨੀ ਮਰਜ਼ੀ ਲੰਬੀ ਜਾ ਸਕਦੀ ਹੈ, ਇਸ ਕਰਕੇ ਇਹ ਅਨਿਸ਼ਚਿਤ ਹੁੰਦੀ ਹੈ, ਨਹੀਂ ਪਤਾ, ਨਾਟ ਡਿਫਾਈਨਡ ਕਹਿ ਸਕਦੇ ਹੋ। ਕਿਰਨ ਦੀ ਲੰਬਾਈ ਨਹੀਂ ਪਤਾ, ਸਿਰਫ ਸਾਨੂੰ ਰੇਖਾ ਖੰਡ ਦੀ ਲੰਬਾਈ ਪਤਾ ਹੁੰਦਾ ਹੈ। ਉਹ ਚਿੱਤਰ ਜੋ ਇੱਕੋ ਆਰੰਭਿਕ ਬਿੰਦੂ ਤੋਂ ਸ਼ੁਰੂ ਹੋਣ ਵਾਲੀਆਂ 2 ਕਿਰਨਾਂ ਤੋਂ ਬਣਦਾ ਹੈ। ਦੇਖੋ, ਆ ਇੱਕ ਕਿਰਨ ਹੈ ਜਿਹੜੀ ਉੱਪਰ ਨੂੰ ਵੱਧ ਸਕਦੀ ਹੈ, ਥੱਲੇ ਨਹੀਂ ਵੱਧ ਸਕਦੀ। ਆ ਵੀ ਕਿਰਨ ਹੈ ਜਿਹੜੀ ਇੱਧਰ ਨੂੰ ਵੱਧ ਸਕਦੀ ਹੈ। ਇਸ ਨੂੰ ਅਸੀਂ ਕੀ ਬੋਲਦੇ ਹਾਂ? ਕੋਣ ਬੋਲਦੇ ਆ ਨਾ। ਤੇ ਐਂਗਲ, ਜਿਹੜਾ ਕੋਣ ਹੈ ਉਹ 2 ਰੇਖਾਵਾਂ ਤੋਂ ਬਣਦਾ ਹੈ। ਕੋਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਹੁਣ ਕੋਣ ਦੀਆਂ ਯਾਦ ਰੱਖਣਾ ਬੇਟਾ, ਸਾਡੇ ਕੋਲ 7 ਤਰ੍ਹਾਂ ਦੀਆਂ ਕਿਸਮਾਂ ਹੁੰਦੀਆਂ ਹਨ। ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਕੋਣ ਦੇ ਵਿੱਚ ਕੀ ਹੁੰਦਾ ਹੈ? 90 ਡਿਗਰੀ ਤੋਂ ਛੋਟਾ ਨਿਊਨ ਕੋਣ, 90 ਡਿਗਰੀ ਵਾਲਾ ਸਮ ਕੋਣ, 90 ਤੋਂ ਵੱਡਾ ਅਧਿਕ ਕੋਣ, ਬਿਲਕੁਲ 180 ਤੇ ਪਹੁੰਚ ਗਿਆ ਤਾਂ ਸਰਲ ਕੋਣ, ਰਿਫਲੈਕਸ ਕੋਣ, ਸੰਪੂਰਨ ਕੋਣ। ਇਹ ਸਾਰੇ ਕੋਣਾਂ ਦੀਆਂ ਕਿਸਮਾਂ ਨੇ। ਤੁਸੀਂ ਯਾਦ ਰੱਖਣਾ ਹੈ ਕਿ ਕੋਣਾਂ ਦੀ ਕਿਸਮਾਂ ਕਿੰਨੀਆਂ ਹੁੰਦੀਆਂ ਨੇ। ਹਾਊ ਮੈਨੀ ਟਾਈਪਸ ਆਫ ਐਂਗਲਸ? 7। ਰੇਖੀ ਜੋੜਾ ਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ ਬੇਟਾ? ਰੇਖੀ ਜੋੜਾ ਕੋਣ ਹੁੰਦਾ ਹੈ ਇੱਕ ਸਿੱਧੀ ਲਾਈਨ ਤੇ, ਤੁਹਾਨੂੰ ਸਾਰਿਆਂ ਨੂੰ ਪਤਾ ਡੀ ਦੇ ਉੱਤੇ ਇੱਕ ਸਿੱਧੀ ਲਾਈਨ ਬਣੀ ਹੁੰਦੀ ਹੈ ਤੇ 180 ਡਿਗਰੀ ਦਾ ਕੋਣ ਹੁੰਦਾ ਹੈ। ਇਸ ਕਰਕੇ ਰੇਖੀ ਜੋੜਾ ਯਾਦ ਰੱਖਣਾ ਹੈ 180 ਡਿਗਰੀ ਦਾ ਹੁੰਦਾ ਹੈ। ਲੀਨੀਅਰ ਪੇਅਰ, ਐਂਗਲਸ ਆਫ ਲੀਨੀਅਰ ਪੇਅਰ। ਸਿਖਰ ਸਨਮੁਖ ਕੋਣ ਹਮੇਸ਼ਾ ਬਰਾਬਰ ਹੁੰਦੇ ਹਨ। ਸਿਖਰ ਸਨਮੁਖ ਕੋਣ ਕਿਹੜੇ ਹੁੰਦੇ ਨੇ? ਜਦੋਂ 2 ਰੇਖਾਵਾਂ ਆਪਸ ਵਿੱਚ ਕੱਟਦੀਆਂ ਨੇ ਤਾਂ ਉਹਨਾਂ ਦੇ ਆਮਣੇ ਸਾਹਮਣੇ ਵਾਲੇ ਕੋਣਾਂ ਨੂੰ ਅਸੀਂ ਸਿਖਰ ਸਨਮੁਖ ਕੋਣ ਕਹਿੰਦੇ ਹਾਂ, ਜਿਹਨੂੰ ਇੰਗਲਿਸ਼ ਦੇ ਵਿੱਚ ਵਰਟੀਕਲੀ ਆਪੋਜ਼ਿਟ ਐਂਗਲ ਕਿਹਾ ਜਾਂਦਾ ਹੈ। ਅਗਲਾ ਸਵਾਲ ਦੇਖੋ ਬੇਟਾ, ਸਾਡੇ ਕੋਲ 65 ਨੰਬਰ ਤੇ, ਜੇਕਰ 2 ਕੋਣਾਂ ਦਾ ਜੋੜ 180 ਹੋਵੇ ਤਾਂ ਉਹ ਕੋਣ, ਤੁਹਾਨੂੰ ਹੁਣੇ ਦੱਸਿਆ, ਰੇਖੀ ਜੋੜਾ ਬਣਾਉਣਗੇ ਜਾਂ ਸੰਪੂਰਕ ਹੋਣਗੇ। ਸੰਪੂਰਕ ਦਾ ਮਤਲਬ ਹੁੰਦਾ ਹੈ ਉਹ ਕੋਣਾਂ ਦਾ ਜੋੜਾ ਜਿਹੜਾ ਜੋੜ 180 ਹੋਵੇ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਸਪਲੀਮੈਂਟਰੀ ਐਂਗਲਸ ਬੋਲਦੇ ਨੇ। ਯਾਦ ਰੱਖਣਾ, ਜਿਨ੍ਹਾਂ ਕੋਣਾਂ ਦਾ ਜੋੜ 180 ਹੋਵੇ ਉਹ ਸਪਲੀਮੈਂਟਰੀ ਐਂਗਲ ਜਾਂ ਸੰਪੂਰਕ ਕੋਣ ਹੁੰਦੇ ਨੇ। ਜਿਨ੍ਹਾਂ ਦਾ ਜੋੜ 90 ਡਿਗਰੀ ਬਣਦਾ ਹੈ ਉਹ ਕੰਪਲੀਮੈਂਟਰੀ ਐਂਗਲ ਜਾਂ ਪੂਰਕ ਕੋਣ ਹੁੰਦੇ ਨੇ। ਇਸ ਕਰਕੇ 2 ਕੋਣਾਂ ਦਾ ਜੋੜ 90 ਡਿਗਰੀ ਹੋਵੇ ਤਾਂ ਪੂਰਕ ਕੋਣ,
ਦੋ ਕੋਣਾਂ ਦਾ ਜੋੜ 180 ਹੋਵੇ ਤਾਂ ਉਹ ਸੰਪੂਰਕ ਕੋਣ। ਪੂਰਕ ਨੂੰ ਇੰਗਲਿਸ਼ ਵਿੱਚ ਕੰਪਲੀਮੈਂਟਰੀ ਐਂਗਲ ਬੋਲਦੇ ਨੇ ਤੇ ਸੰਪੂਰਕ ਨੂੰ ਸਪਲੀਮੈਂਟਰੀ ਐਂਗਲਸ ਬੋਲਦੇ ਨੇ। ਅਗਲਾ ਭਾਗ ਦੇਖੋ, ਉਹ ਕੋਣ ਜੋ ਆਪਣੇ ਪੂਰਕ ਕੋਣ ਦੇ ਬਰਾਬਰ ਹੋਵੇ। ਦੇਖੋ ਪੂਰਕ ਕੋਣ ਹੁੰਦਾ ਹੈ ਜਿਨ੍ਹਾਂ ਦਾ ਜੋੜ 90 ਹੋਵੇ। ਹੁਣ 45 ਤੇ 45 90 ਬਣਾਉਂਦੇ ਨੇ, ਇਹਦਾ ਮਤਲਬ ਦੋ ਪੂਰਕ ਕੋਣ ਜਿਹੜੇ ਆਪਸ ਵਿੱਚ ਬਰਾਬਰ ਹੋਣ ਉਹ 45 ਡਿਗਰੀ ਦਾ ਹੀ ਹੋ ਸਕਦਾ ਹੈ। ਜੇ ਉਹ ਇਸੇ ਤਰ੍ਹਾਂ ਇੱਕ ਸਵਾਲ ਪੁੱਛੇ ਕਿ ਦੋ ਸੰਪੂਰਕ ਕੋਣ ਜਿਹੜੇ ਬਰਾਬਰ ਹੋਣ ਉਹ 90 90 ਹੋਣਗੇ। ਯਾਦ ਰੱਖਿਓ, ਕਿਸੇ ਨਿਊਨ ਕੋਣ ਦੇ ਪੂਰਕ ਕੋਣ ਦਾ ਮਾਪ ਕਿਸ ਤਰ੍ਹਾਂ ਦਾ। ਦੇਖੋ ਨਿਊਨ ਕੋਣ 90 ਤੋਂ ਛੋਟਾ ਹੁੰਦਾ ਹੈ ਤੇ ਕਿਸੇ ਨਿਊਨ ਕੋਣ ਦੇ ਪੂਰਕ ਦਾ ਮਾਪ ਵੀ ਤਾਂ ਨਿਊਨ ਹੀ ਹੋਏਗਾ ਨਾ, ਕਿਉਂਕਿ ਦੋ ਨਿਊਨ ਕੋਣ ਨੂੰ ਜੋੜ ਕੇ ਹੀ ਅਸੀਂ 90 ਬਣਾ ਸਕਦੇ ਹਾਂ। ਤੇ ਨਿਊਨ ਕੋਣ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਐਕਿਊਟ ਐਂਗਲ ਬੋਲਦੇ ਹਾਂ। ਠੀਕ ਹੈ, ਯਾਦ ਰੱਖਣਾ ਹੈ। ਜੇ ਮੰਨ ਲਓ ਇੱਕ ਨਿਊਨ ਕੋਣ ਤੁਹਾਡੇ ਕੋਲ 80 ਡਿਗਰੀ ਹੈ ਤੇ ਉਸਦਾ ਪੂਰਕ 10 ਹੋਏਗਾ ਨਾ, ਤੇ ਦੇਖੋ ਦੋਨੋਂ ਨਿਊਨ ਕੋਣ ਬਣੇ 90 ਤੋਂ ਛੋਟੇ ਨੇ। ਲੇਕਿਨ ਜੇ ਕਿਸੇ ਨਿਊਨ ਕੋਣ ਦਾ ਸੰਪੂਰਕ ਪਤਾ ਕਰਨਾ, ਜਿਵੇਂ 80 ਡਿਗਰੀ ਦਾ ਸੰਪੂਰਕ ਕੋਣ ਕਿੰਨਾ ਹੋਏਗਾ 100, ਕਿਉਂਕਿ 80 ਵਿੱਚ 100 ਜੋੜ ਕੇ 180 ਬਣਦਾ ਨਾ। ਸੰਪੂਰਕ ਦਾ ਮਤਲਬ ਹੁੰਦਾ 180 ਬਣਾਉਣਾ, ਪੂਰਕ ਦਾ ਮਤਲਬ ਹੁੰਦਾ 90 ਬਣਾਉਣਾ। ਹੁਣ ਇੱਕ ਨਿਊਨ ਹੈ ਤਾਂ ਦੂਜਾ ਕੀ ਬਣ ਗਿਆ ਅਧਿਕ ਕੋਣ। ਇਹਦਾ ਮਤਲਬ ਨਿਊਨ ਕੋਣ ਦਾ ਸੰਪੂਰਕ ਕੋਣ ਕੀ ਹੋਏਗਾ ਅਧਿਕ ਕੋਣ, ਜਿਸ ਨੂੰ ਇੰਗਲਿਸ਼ ਵਿੱਚ ऑब्ट्यूज एंगल कहा जाता है। अगला भाग देखो 70वां क्वेश्चन, किसी अधिक कोण के संपूरक कोण का माप किस तरह का कोण होगा। अधिक कोण असी ले लेने मान लो 100 तो उसका संपूरक हो गया 80, मतलब न्यून कोण। तो न्यून कोण एक्यूट एंगल। मेरी गल समझ लग रही है बेटा कि संपूरक का मतलब होंदा है 180 बनाना। असी कोई भी अधिक कोण 90 तो वड्डा ले सोच सकते हैं। 90 तो वड्डा 100 होंदा, मैं 100 सोच लिया, तुसी 91 सोचो, जो मर्जी सोच सकते हो। ਉਹ ਕੋਣ ਜੋ ਆਪਣੇ ਸੰਪੂਰਕ ਕੋਣ ਦੇ ਬਰਾਬਰ ਹੋਵੇ। ਤੁਹਾਨੂੰ ਦੱਸਿਆ ਸੀ ਹੁਣੇ 90 ਜਮਾ 90, 90 ਤੇ 90 ਦਾ ਜੋੜ 180 ਹੁੰਦਾ, ਇਸ ਕਰਕੇ 90 ਹੀ ਆਪਣੇ ਸੰਪੂਰਕ ਕੋਣ ਦੇ ਬਰਾਬਰ ਹੁੰਦਾ ਹੈ। 72ਵਾਂ ਸਵਾਲ ਬੇਟਾ ਦੇਖੋ ਸਾਰੇ, ਜਿਸ ਤ੍ਰਿਭੁਜ ਦੇ ਸਾਰੇ ਕੋਣ ਬਰਾਬਰ ਹੁੰਦੇ ਨੇ, ਸਾਰੇ ਕੋਣ ਬਰਾਬਰ ਹੁੰਦੇ ਨੇ, ਉਸ ਤ੍ਰਿਭੁਜ ਦਾ ਨਾਮ ਹੁੰਦਾ ਹੈ ਸਮਭੁਜੀ ਤ੍ਰਿਭੁਜ, ਇਕੁਈਲੇਟਰਲ ਟ੍ਰਾਇੰਗਲ। ਕਿਉਂਕਿ ਜਿਸ ਤ੍ਰਿਭੁਜ ਦੀ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਉਸ ਦੇ ਸਾਰੇ ਕੋਣ ਵੀ ਬਰਾਬਰ ਹੁੰਦੇ ਨੇ, ਇਕੁਈਲੇਟਰਲ ਜਾਂ ਸਮਭੁਜੀ। क्लियर कि दो अधिक कोण संपूरक हो सकते हैं। देखो एक अधिक कोण असी 100 ले लिया, दूजा संपूरक करने लिए 80 चाहिए है ना। ਇਹਦਾ मतलब ये तो न्यून कोण बन गया। ਇਹਦਾ मतलब दो अधिक कोण संपूरक नहीं हो सकते। इसका आंसर की आ गया है साडा नहीं। इस तरह साढ़े 73 सवाल कंप्लीट हो गए ने बेटा। 74वां सवाल देखो बेटा कि दो न्यून कोण संपूरक हो सकते हैं बेटा। न्यून कोण जिहड़े है 90 तो छोटा होंदा है। जे 90 तो छोटा कोण आपां मान लो 88 भी मन्नांगे तो संपूरक करन लई इसनूं हुण आपां नूं जोड़न लई घट्टो घट्ट 92 चाहिदा है। ਇਹਦਾ मतलब एक कोण जे अपने को न्यून है तो दूजे नूं अधिक होना पएगा। दो न्यून कोण संपूरक नहीं हो सकते। कि दो न्यून कोण पूरक हो सकते हैं? बिल्कुल सही, क्योंकि दो न्यून कोण पूरक हो सकते हैं। 45 जमा 45 दोनों ही न्यून कोण ने ते दोनों का जोड़ 90 डिग्री बन रहा है, तो बिल्कुल सही यस। दो काटवीਆਂ रेखावां विच दूरी हुंदी है। दो रेखावां जदों आपस विच कट गईयां तो दूरी कित्थों आ जानी है? नहीं हो सकदियां, 0 हो सकती है। दो काटवीਆਂ रेखावां विच हरेक समान स्थान ते दूरी रहिंदी है। दो समांतर रेखावां दे विच देखो दूरी तो हमेशा रहेगी ना, तो इक्को जिद्दां दी दूरी रहेगी। जे इत्थे 5 सेंटीमीटर तो सारे पासे 5 सेंटीमीटर ही होवेगी। त्रिकोण दे किन्ने शिखर होंदे ने? त्रिकोण दे शिखर भी 3 ही होणगे बेटा। त्रिकोण दे कोण भी तो 3 ही होणगे। त्रिकोण विच भुजावां भी 3 होणगियां। त्रिकोण दे कोणां दा जोड़ 180 हुंदा है। अगला सवाल देखो बेटा 82वां सवाल ते पहुँच गए आप। भुजावां दे आधार ते त्रिकोण दीयां किस्मां। बेटा भुजावां दे आधार ते त्रिभुज 3 तरह के होंदे ने। एक विखमभुजी, समदोभुजी ते समभुजी। विखमभुजी जिस दियां भुजावां बराबर नहीं होंदियां ने, समदोभुजी जिस दियां 2 भुजावां बराबर होंदियां ने, ते समभुजी जिस दियां सारियां भुजावां बराबर होंदियां ने। विखमभुजी नूं आपां स्केलिन ट्रायंगल, समदोभुजी नूं आइसोसेलेस ट्रायंगल ते समभुजी नूं इक्विलेटरल ट्रायंगल बोलते हैं। कोणां दे आधार ते भी त्रिभुज 3 तरह के होंदे ने, न्यून कोणी, अधिक कोणी ते समकोणी। न्यून कोणी जिहदे विच सारे कोण 90 तो छोटे होंदे ने, समकोणी जिहदे विच एक कोण 90 डिग्री का होवे ते अधिक कोणी जिहदे विच एक कोण 90 डिग्री तो वड्डा होवे। ठीक है बेटा, याद रखना है। भुजावां दे आधार ते पूछे चाहे कोणां दे आधार ते 3 तरह के होंदे ते उन्हां दे नाम भी तुहानूं दस दित्ते गए ने। त्रिकोण दियां 2 भुजावां दा जोड़ हमेशा तीजी भुजा तो वड्डा हुंदा है जां छोटा हुंदा है? बिल्कुल वड्डा हुंदा है बेटा।
ਸਮ ਆਫ ਟੂ ਸਾਈਡਸ ਆਫ ਅ ਟ੍ਰਾਇੰਗਲ ਇਜ਼ ਆਲਵੇਜ਼ ਗ੍ਰੇਟਰ ਦੈਨ ਦ ਥਰਡ ਸਾਈਡ। ਯਾਦ ਰੱਖਿਓ, ਵੱਡਾ ਹੁੰਦਾ ਹੈ। 4 ਭੁਜਾਵਾਂ ਵਾਲੇ ਬਹੁਭੁਜ ਨੂੰ ਚਤੁਰਭੁਜ ਕਹਿੰਦੇ ਨੇ, ਕੁਆਡਰੀਲੇਟਰਲ ਕਹਿੰਦੇ ਨੇ ਆਪਾਂ। ਚੱਕਰ ਦੇ ਸਾਰੇ ਅਰਧ ਵਿਆਸਾਂ ਦੀ ਲੰਬਾਈ ਹਮੇਸ਼ਾ ਬਰਾਬਰ ਹੁੰਦੀ ਹੈ, ਕਿਉਂਕਿ ਇੱਕ ਚੱਕਰ ਦੇ ਵਿੱਚ ਜਿੰਨੀਆਂ ਮਰਜ਼ੀ ਅਰਧ ਵਿਆਸ ਖਿੱਚੀ ਜਾਓ, ਸਾਰੀਆਂ ਅਰਧ ਵਿਆਸ ਇੱਕੋ ਜਿਹੀਆਂ ਸੇਮ ਬਰਾਬਰ ਹੁੰਦੀਆਂ ਨੇ, ਇਕੁਅਲ ਹੁੰਦੀਆਂ ਨੇ। ਚੱਕਰ ਦੇ ਵਿਆਸ ਦੀ ਲੰਬਾਈ ਅਰਧ ਵਿਆਸ ਤੋਂ ਦੁੱਗਣੀ ਹੁੰਦੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਇੱਕ ਚੱਕਰ ਦੇ ਵਿੱਚ ਆਹ ਅਰਧ ਵਿਆਸ ਹੈ ਤੇ ਆ ਇਹਨੂੰ ਡਬਲ ਕਰ ਦਈਏ ਤਾਂ ਵਿਆਸ ਬਣ ਜਾਂਦਾ ਹੈ। ਇਸ ਕਰਕੇ ਅਰਧ ਵਿਆਸ ਦਾ ਦੁੱਗਣਾ ਵਿਆਸ ਹੁੰਦਾ ਹੈ। ਚੱਕਰ ਦੇ ਘੇਰੇ ਉੱਤੇ ਸਥਿਤ 2 ਬਿੰਦੂਆਂ ਨੂੰ ਮਿਲਾਉਣ ਨਾਲ ਕੀ ਬਣਦਾ ਹੈ? ਦੇਖੋ, ਚੱਕਰ ਦੇ ਉੱਤੇ ਕਦੇ ਵੀ 2 ਬਿੰਦੂ ਨੂੰ ਮਿਲਾਈਏ ਤਾਂ ਸਾਨੂੰ ਇੱਕ ਜੀਵਾ ਪ੍ਰਾਪਤ ਹੁੰਦੀ ਹੈ, ਜਿਸ ਨੂੰ ਅਸੀਂ ਬੋਲਦੇ ਹਾਂ ਕੋਡ ਇੰਗਲਿਸ਼ ਵਿੱਚ। ਜੀਵਾ ਚੱਕਰ ਦੇ ਕਿੰਨੇ ਭਾਗ ਕਰਦੀ ਹੈ? ਦੇਖੋ, ਜੀਵਾ ਨੇ ਚੱਕਰ ਦੇ ਕਿੰਨੇ ਭਾਗ ਕੀਤੇ? 2 ਭਾਗ ਕੀਤੇ ਹੈ, 2 ਭਾਗ ਕਰਦੀ ਹੈ। ਅਜਿਹੇ ਚੱਕਰ ਜਿਨ੍ਹਾਂ ਦਾ ਇੱਕ ਹੀ ਕੇਂਦਰ ਹੋਵੇ ਉਸ ਨੂੰ ਕੀ ਕਹਿੰਦੇ ਨੇ ਬੇਟਾ? ਇੱਕ ਚੱਕਰ, ਉਹਦੇ ਵਿਚਕਾਰ ਇੱਕ ਹੋਰ ਚੱਕਰ, ਕੇਂਦਰ ਇੱਕੋ ਹੀ ਹੈ, ਇਹਨੂੰ ਬੋਲਦੇ ਸਮ ਕੇਂਦਰੀ ਜਾਂ ਕੰਸੈਂਟਰਿਕ ਸਰਕਲ। ਇੰਗਲਿਸ਼ ਵਿੱਚ ਕੀ ਬੋਲਦੇ ਨੇ? ਕੰਸੈਂਟਰਿਕ ਸਰਕਲ ਜਾਂ ਸਮ ਕੇਂਦਰੀ। ਚੱਕਰ ਦੀ ਸਭ ਤੋਂ ਵੱਡੀ ਜੀਵਾ ਬੇਟਾ, ਚੱਕਰ ਦੇ ਵਿੱਚ ਸਾਰੀਆਂ ਜੀਵਾਵਾਂ ਨੇ, ਦੇਖੋ ਆਹ ਵੀ ਜੀਵਾ, ਆਹ ਵੀ ਜੀਵਾ, ਆਹ ਵੀ ਜੀਵਾ, ਆਹ ਵੀ ਜੀਵਾ, ਲੇਕਿਨ ਸਭ ਤੋਂ ਵੱਡੀ ਜੀਵਾ ਕਿਹੜੀ ਹੁੰਦੀ ਹੈ? ਵਿਆਸ। ਵਿਆਸ ਚੱਕਰ ਦੀ ਸਭ ਤੋਂ ਵੱਡੀ ਜੀਵਾ ਹੁੰਦੀ ਹੈ, ਜਿਹੜੀ ਕੇਂਦਰ ਤੋਂ ਪਾਸ ਹੋ ਕੇ ਜਾਂਦੀ ਹੈ। ਜਿਹੜੀ ਜੀਵਾ ਕੇਂਦਰ ਤੋਂ ਪਾਸ ਹੋ ਕੇ ਜਾਏਗੀ ਉਹ ਸਭ ਤੋਂ ਵੱਡੀ ਜੀਵਾ ਹੁੰਦੀ ਹੈ, ਜਿਸ ਨੂੰ ਅਸੀਂ ਵਿਆਸ ਬੋਲਦੇ ਹਾਂ। ਕਿਸੇ ਬੰਦ ਚਿੱਤਰ ਦੀ ਸੀਮਾ ਦੀ ਲੰਬਾਈ ਨੂੰ ਕੀ ਕਹਿੰਦੇ ਨੇ ਬੇਟਾ? ਦੇਖੋ, ਆਹ ਚੱਕਰ ਹੈ, ਇਸ ਚੱਕਰ ਦੇ ਇਸ ਘੇਰਾ ਕਹਿੰਦੇ ਨੇ, ਇਸ ਨੂੰ ਆਪਾਂ ਘੇਰਾ ਵੀ ਬੋਲ ਸਕਦੇ ਹੋ। ਘੇਰੇ ਨੂੰ ਸਰਕਮਫਰੈਂਸ ਇੰਗਲਿਸ਼ ਦੇ ਵਿੱਚ ਬੋਲਿਆ ਜਾਂਦਾ ਹੈ, ਜਾਂ ਪਰਿਮਾਪ ਵੀ ਕਿਹਾ ਜਾ ਸਕਦਾ ਹੈ। ਉਹ ਚਿੱਤਰ ਜਿਸ ਦੀਆਂ ਸਨਮੁਖ ਭੁਜਾਵਾਂ ਸਮਾਨ ਤੇ ਹਰੇਕ ਕੋਣ 90 ਦਾ ਹੋਵੇ। ਦੇਖੋ, ਇੱਕ ਇੱਦਾਂ ਦਾ ਫਿਗਰ, ਇੱਦਾਂ ਦਾ ਡਾਇਗਰਾਮ ਜਿਹਨੇ ਸਾਰੀਆਂ ਭੁਜਾਵਾਂ ਆਮਣੇ ਸਾਹਮਣੇ ਵਾਲੀਆਂ ਬਰਾਬਰ ਹੋਣ ਤੇ ਹਰੇਕ 90 ਡਿਗਰੀ ਦਾ ਹੋਵੇ ਤਾਂ ਉਹ ਕੀ ਹੁੰਦਾ ਹੈ ਬੇਟਾ? ਆਇਤ ਹੁੰਦਾ ਨਾ, ਠੀਕ ਹੈ, ਆਇਤ ਬੋਲਦੇ हैं। इसको ਆਪਾਂ ਰੈਕਟੈਂਗਲ ਇੰਗਲਿਸ਼ ਦੇ ਵਿੱਚ, whose opposite side are equal and each angle is 90 is called rectangle। ਉਹ ਚਿੱਤਰ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੋ ਜਾਣ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਵਰਗ, ਸਕੁਆਇਰ। ਕਿਸੇ ਚਿੱਤਰ ਦੁਆਰਾ ਘਿਰੇ ਖੇਤਰ ਨੂੰ ਅਸੀਂ ਖੇਤਰਫਲ ਬੋਲਦੇ ਹਾਂ, ਜਾਂ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਹਾਂ ਏਰੀਆ। ਆਇਤ ਦਾ ਘੇਰਾ, ਸਾਰਿਆਂ ਨੂੰ ਪਤਾ ਹੈ ਆਇਤ ਦਾ ਘੇਰਾ ਮਤਲਬ ਪਰਿਮਾਪ 2 ਗੁਣਾ ਲੰਬਾਈ ਜਮਾ ਚੌੜਾਈ ਹੁੰਦਾ ਹੈ। ਵਰਗ ਦਾ ਖੇਤਰ ਦਾ ਘੇਰੇ, ਵਰਗ ਦਾ ਘੇਰਾ, ਦੇਖੋ ਆਇਤ ਦਾ ਤੇ ਵਰਗ ਦਾ ਘੇਰਾ ਧਿਆਨ ਨਾਲ ਸੁਣਨਾ। ਆਇਤ ਦੇ ਵਿੱਚ ਲੰਬਾਈ ਚੌੜਾਈ ਵੱਖਰੀ ਹੁੰਦੀ ਹੈ, ਇਸ ਕਰਕੇ 2 ਲੰਬਾਈ ਜਮਾ ਚੌੜਾਈ, ਤੇ ਵਰਗ ਦਾ ਘੇਰਾ ਹੁੰਦਾ ਹੈ 4 ਗੁਣਾ ਭੁਜਾ, 4 into ਸਾਈਡ। ਆਇਤ ਦਾ ਖੇਤਰਫਲ ਹੁੰਦਾ ਲੰਬਾਈ ਗੁਣਾ ਚੌੜਾਈ ਤੇ ਵਰਗ ਦਾ ਭੁਜਾ ਗੁਣਾ ਭੁਜਾ। ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਏਗਾ। ਹੁਣ ਆਪਾਂ 100ਵਾਂ ਕੁਐਸਚਨ ਕਰਨ ਜਾ ਰਹੇ ਹਾਂ। ਜੇਕਰ ਤਿਕੋਣ ਦੇ ਸਾਰੇ ਕੋਣ ਬਰਾਬਰ ਹੋਣ ਤਾਂ ਹਰੇਕ ਕੋਣ ਕਿੰਨੇ ਡਿਗਰੀ ਦਾ ਹੁੰਦਾ ਹੈ ਬੇਟਾ? ਜੇ ਸਾਰੇ ਕੋਣ ਬਰਾਬਰ ਹੋਣ ਤਾਂ ਹਰੇਕ ਕੋਣ 60 ਡਿਗਰੀ ਦਾ ਹੁੰਦਾ ਹੈ। ਇਸ ਗੱਲ ਦਾ ਯਾਦ ਰੱਖਣਾ ਤੁਸੀਂ। ਜੇਕਰ ਤਿਕੋਣ ਦੇ 2 ਕੋਣ ਪੂਰਕ ਹੋਣ ਤਾਂ ਤਿਕੋਣ ਕਿਹੜੀ ਹੋਵੇਗੀ? ਜੇ 2 ਕੋਣਾਂ ਦਾ ਜੋੜ ਪੂਰਕ ਹੈ ਮਤਲਬ 90 ਡਿਗਰੀ ਹੈ। ਹੁਣ ਦੇਖੋ, ਜੇ ਇੱਕ ਤ੍ਰਿਭੁਜ ਦੇ 2 ਕੋਣਾਂ ਦਾ ਜੋੜ 90 ਹੈ ਤਾਂ ਤੀਜਾ ਕੋਣ ਵੀ ਤਾਂ 90 ਹੋਊਗਾ, ਕਿਉਂਕਿ 180 ਕਰਨਾ ਪੈਂਦਾ, ਤੇ ਉਹ ਸਮਕੋਣੀ ਤਿਕੋਣ ਹੋਏਗੀ। ਯਾਦ ਰੱਖਣਾ, ਇਹਦਾ ਮਤਲਬ ਤਾਂ ਇੱਕ ਕੋਣ 90 ਡਿਗਰੀ ਤਾਂ ਹੋ ਗਿਆ ਨਾ, ਇਹਦਾ 2 ਨੂੰ ਜੋੜ ਕੇ ਆਇਆ ਤੇ ਇਹਦਾ ਮਤਲਬ ਇਕੱਲਾ 90 ਡਿਗਰੀ ਹੋਏਗਾ। ਸਮਕੋਣ ਤਿਕੋਣ ਵਿੱਚ ਸਮਕੋਣ ਦੇ ਸਾਹਮਣੇ ਵਾਲੀ ਭੁਜਾ ਨੂੰ ਕੀ ਕਹਿੰਦੇ ਬੇਟਾ? ਸਮਕੋਣ ਤਿਕੋਣ ਦੇ ਵਿੱਚ ਸਮਕੋਣ ਦੇ ਸਾਹਮਣੇ ਹੁੰਦੀ ਹੈ ਕਰਨ ਜਾਂ ਹਾਈਪੋਟੇਨਿਊਜ਼। ਸਮਭੁਜੀ ਤ੍ਰਿਕੋਣ ਵਿੱਚ ਕਿੰਨੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ? 2 ਨਹੀਂ, ਸਮਭੁਜੀ ਵਿੱਚ 3, ਸਮ 2 ਭੁਜੀ ਵਿੱਚ 2। ਸਮਭੁਜੀ ਮਤਲਬ ਇਕੁਈਲੇਟਰਲ ਟ੍ਰਾਇੰਗਲ ਦੇ ਵਿੱਚ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। 3 ਤੇ 3 ਭੁਜਾਵਾਂ ਸਾਡੇ ਕੋਲ ਕੀ ਹੁੰਦੀਆਂ ਨੇ? ਬਰਾਬਰ ਹੁੰਦੀਆਂ ਨੇ। ਇਸ ਤਰ੍ਹਾਂ ਬੇਟਾ ਸਾਡੇ 103 ਕੁਐਸਚਨ ਕੰਪਲੀਟ ਹੋ ਗਏ ਨੇ। 104 ਕੁਐਸਚਨ ਹੈ। ਸਮ 2 ਭੁਜੀ ਤਿਕੋਣ ਵਿੱਚ ਕਿਹੜੇ 2 ਕੋਣ ਬਰਾਬਰ ਹੁੰਦੇ ਨੇ ਬੇਟਾ? ਸਮ 2 ਭੁਜੀ ਦੇ ਵਿੱਚ ਜਿਹੜੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਉਹਨਾਂ ਦੇ ਸਾਹਮਣੇ ਵਾਲੇ ਕੋਣ ਵੀ ਬਰਾਬਰ ਹੁੰਦੇ ਨੇ। ਬਰਾਬਰ ਭੁਜਾਵਾਂ ਦੇ ਸਨਮੁਖ ਕੋਣ, ਆਪੋਜ਼ਿਟ ਐਂਗਲ ਆਪੋਜ਼ਿਟ ਟੂ ਇਕੁਅਲ ਸਾਈਡਸ। ਸਮਾਂਤਰ ਰੇਖਾਵਾਂ ਤੇ ਕਾਟਵੀਂ ਰੇਖਾ ਨਾਲ ਕਿਹੜੇ ਕੋਣ ਬਰਾਬਰ ਬਣਦੇ ਨੇ? ਦੇਖੋ, ਸਮਾਂਤਰ ਰੇਖਾਵਾਂ ਤੇ ਕਾਟਵੀਂ ਰੇਖਾਵਾਂ ਤੋਂ ਸੰਗਤ ਕੋਣ ਉੱਪਰ ਵਾਲੇ, ਸਿਖਰ ਸਨਮੁਖ ਕੋਣ ਕਾਟਵੀਂ ਰੇਖਾਵਾਂ ਤੋਂ, ਤੇ ਇਕਾਂਤਰ ਕੋਣ ਜ਼ੈਡ ਵਾਲੇ ਤੁਹਾਨੂੰ ਸਾਰਿਆਂ ਨੂੰ ਦੱਸੇ ਗਏ ਨੇ। ਤੇ ਯਾਦ ਰੱਖਣਾ, ਇਸ ਨੂੰ ਅਸੀਂ ਕੋਰਸਪੋਂਡਿੰਗ ਐਂਗਲਸ, वर्टिकली ऑपोजिट एंगल, ऑल्टरनेट इंटीरियर एंगल बोलते हैं। तो इस तरह साढ़े 105 क्वेश्चन बेटा 6वीं क्लास ਲਈ मैं ਤੁਹਾਨੂੰ ਸਮਝਾਏ ਨੇ। ਉਮੀਦ ਕਰ ਰਿਹਾ ਕਿ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਏ ਹੋਣਗੇ। 105 ਦੇ 5 ਕੁਐਸਚਨ ਧਿਆਨ ਨਾਲ ਸੁਣਨੇ ਆ ਬੇਟਾ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਤੁਸੀਂ ਕੁਇਜ਼ ਵਿੱਚ ਵਧੀਆ ਤਰੀਕੇ ਨਾਲ ਅਟੈਂਪਟ ਕਰ ਸਕੋ।
ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਰੂਰ ਉਸ ਨੂੰ ਲਾਈਕ ਕਰਿਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੇਟਾ।